तमाम तमीज़ दे मालक, सूरजां दे सूरज, राजान राज, पानान पान, देवान देव, उपमा महान। धन धन साहिब श्री गुरु ग्रंथ साहिब जी, जिन्हां दी अपार रहमत हुई है कि आप सारी संगत नाल मिल करके सतगुरां दे पवित्र शब्द दी विचार करिए। सतगुरां पासों मिली इस नारे नूं बुलंद करो सारी संगत जी, गज के सारी संगत फतेह प्रवान करो। वाहिगुरु जी का खालसा, वाहिगुरु जी की फतेह। बड़े भागां वाले हो संगत जी कि जदों शब्द दी विचार होवे ना, कच्चियां पिल्लियां गल्लां तां असीं रोज़ ही सुणदे हां। बड़े विरले गुरमुख प्यारे ने जिहड़े सतगुरां दे शब्द नूं प्यार करदे, ते जिन्हां दा प्यार शब्द नाल पै जावे, फिर उन्हां नूं दुनियावी गल्लां फिक्कियां लगदियां ने, क्योंकि मन जिहड़ा उन्हां दा संगते इस संसार तो उपर उठ खलोंदा है, विचारां तो रहत हो जांदा मन। एक वखरा जिहा टेस्ट आउंदा साडे अंदर। अज बड़ा मन करदा सी कि आप सारी संगत नाल जो वडियाई उस अकाल पुरख नूं, शब्द नूं जमुना नदी दे कंढे ते बैठ के वो कविता लिखी, वो जाप लिखिया कलगीधर पातशाह साहिब श्री गुरु गोबिंद सिंह महाराज ने। पिता आखदे ने कि तेरा असल नाम तां मैं भी नहीं जानदा कि तू कौन है। चक्कर चहन अर बरन जात अर पात नहन जह, रूप रंग अर रेख भेख को कह ना सकत गए। अचल मूरत अनुभव प्रकाश, अमितोज कहिजै, कोट इंद्र इंद्रान, शाहो शाहान गनीजै। त्रिभवन महीप सुर नर असुर, नेत नेत बन त्रैन कहत। त्वै सर्ब नाम कथे कवन, कर्म नाम बरनत समत। सरंडर करके गुरु गोबिंद सिंह साहब पातशाह अपने आप नूं उस अकाल पुरख अगे जदों भी पिता ने कोई भी गल करनी है तो सतगुरु कहंदे तेरी किरपा नाल। देखो संगत जी, अज जे कोई किताब लिखदा है तो अपना नाम जिहड़ा वो विच रिप्रजेंट कराउंदा है कि ये किताब मैं लिखी, मगर इन्नी गल भी तुसीं समझोगे नहीं संगते कि वो कोई भी गल करदा कहंदा तेरी किरपा नाल। सारी बाणी विच उन्हां ने तेरी किरपा नाल ही उस अकाल पुरख की वडियाई कीती, आपदी मैं छड्ड के। अज क्यों दुखी आ संगत जी आपां, क्यों इंसान भटकदा है, क्यों साडा मन जिहड़ा हैगा बेकारां विच ही तुरिया फिरदा, क्योंकि असीं हंकार की पौड़ी छड्डदे ही नहीं। हंकार इन्ना हैवी हो चुकिया साडे उपर कि असीं आपदी मैं नहीं छड्डदे। किन्ना फर्क है गुरु दे विच ते साडे विच। गुरु किरपा नहीं छड्डदा, असीं मैं नहीं छड्ड रहे।
ਉਹ ਕੋਈ ਵੀ ਗੱਲ ਕਰਦਾ ਕਹਿੰਦੇ ਤੇਰੀ ਕਿਰਪਾ ਨਾਲ। ਅਸੀਂ ਕਹਿੰਦੇ ਮੈਂ ਆਹ ਕੀਤਾ, ਮੈਂ ਉਹ ਕੀਤਾ, ਮਗਰ ਹੰਕਾਰ ਦੀ ਬਿਰਤੀ ਤਾਂ ਹਜੇ ਸਾਡੇ ਵਿੱਚ ਹੈਗੀ ਆ ਨਾ। ਇਹੀ ਹੰਕਾਰ, ਇਹੀ ਕ੍ਰੋਧ, ਇਹੀ ਕਾਮ, ਇਹੀ ਲੋਭ, ਇਹੀ ਮੋਹ ਜਿਹੜਾ ਹੈਗਾ, ਇਹ ਸਾਨੂੰ ਉਸ ਤੱਕ ਲਿਜਾਣ ਨਹੀਂ ਦਿੰਦਾ। ਇਹ ਡੈਮ ਲੱਗੇ ਨੇ ਸਾਡੀ ਲਾਈਫ ਦੇ ਵਿੱਚ। ਹਰ ਨਦੀ ਜਿਹੜੀ ਹੈਗੀ ਆ ਗੁਰਮੁਖ ਪਿਆਰਿਓ ਸਮੁੰਦਰ ਵੱਲ ਨੂੰ ਦੌੜੀ, ਮਗਰ ਡੈਮ ਤਾਂ ਰਸਤੇ ਵਿੱਚ ਹੀ ਲੱਗੇ ਨੇ ਨਾ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ। ਅਰਦਾਸ ਕਰਿਆ ਕਰੋ, ਬੇਨਤੀ ਜੋਦੜੀ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਅੱਗੇ ਕਿ ਹੇ ਸਤਿਗੁਰੂ ਪਾਤਸ਼ਾਹ ਸਾਨੂੰ ਇਹਨਾਂ ਤੋਂ ਮੁਕਤ ਕਰੋ। ਇਹ ਪੰਜ ਹੀ ਨੇ ਸੰਗਤ ਜੀ। ਮਨ ਸਾਡਾ ਜਿਹੜਾ ਇਹ ਰਾਜਾ ਹੈ, ਮਗਰ ਅਧੀਨ ਹੋ ਗਿਆ ਇਹਨਾਂ ਪੰਜਾਂ ਨਾਲ। ਕਦੇ ਕ੍ਰੋਧ ਸਾਡੇ ਤੇ ਭਾਰੀ ਪੈ ਜਾਂਦਾ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ। ਇਹ ਡੈਮ ਨੇ, ਇਹ ਰੁਕਾਵਟਾਂ ਨੇ ਗੁਰੂ ਵੱਲ ਦੌੜਦੀ ਸਾਡੀ ਸੁਰਤ ਨੂੰ, ਇਹ ਰੋਕਦੇ ਨੇ। ਔਰ ਕੋਸ਼ਿਸ਼ ਕਰੀਏ ਗੁਰੂ ਕੋ ਪੈ ਰਹੇ ਹੋ ਕਿ ਅਸੀਂ ਇਹਨਾਂ ਪੰਜਾਂ ਨਾਲ ਹੀ ਫਾਈਟ ਕਰੀਏ। ਉਹੀ ਸਿੱਖ ਆ, ਉਹੀ ਗੁਰਮੁਖ ਹੈ ਜਿਹੜਾ ਆਪਣੇ ਜੀਵਨ ਦੇ ਵਿੱਚ ਸਿਰਫ ਇਹਨਾਂ ਪੰਜਾਂ ਨਾਲ ਫਾਈਟ ਕਰਦਾ। ਕਬੀਰ ਸਾਹਿਬ ਕਹਿੰਦੇ ਪੰਜ ਕਿਰਸਾਨਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ। ਇਹ ਪੰਜ ਤਾਂ ਸਾਡੇ ਸਰੀਰ ਦੇ ਵਿੱਚੋਂ ਨਿਕਲ ਕੇ ਕਿਸੇ ਹੋਰ ਦੇ ਸਰੀਰ 'ਚ ਵੜ ਜਾਂਦੇ ਗੁਰਮੁਖੋ, ਮਗਰ ਹਿਸਾਬ ਜਿਹੜਾ ਕੀਤੇ ਕਰਮਾਂ ਦਾ ਉਹ ਸਾਨੂੰ ਦੇਣਾ ਪੈਂਦਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ। ਇਸ ਵਾਰ ਸਾਨੂੰ ਬਖਸ਼ੋ, ਕਿਰਪਾ ਕਰੋ ਸਾਡੇ ਤੇ। ਕਬੀਰ ਸਾਹਿਬ ਕਹਿੰਦੇ ਇਹਨਾਂ ਪੰਜਾਂ ਨੂੰ ਸਾਡੇ ਸਰੀਰ ਦੇ ਵਿੱਚ ਰਹਿੰਦਿਆਂ ਖਤਮ ਕਰੋ, ਜਿਉਂਦਿਆਂ ਜਾਗਦਾ। ਇਹ ਪੰਜ ਵਿਕਾਰ ਨੇ ਸਾਡੇ ਵਿੱਚ। ਇੱਕ ਸ਼ਬਦ ਇਹੋ ਜਿਹੀ ਚੀਜ਼ ਹੈ ਗੁਰਮੁਖ ਪਿਆਰਿਓ ਜਿਹੜਾ ਇਹਨਾਂ ਪੰਜਾਂ ਤੋਂ ਰਹਿਤ ਹੈ। ਸ਼ਬਦ ਨੂੰ ਮੋਹ ਨਹੀਂ, ਸ਼ਬਦ ਨੂੰ ਹੰਕਾਰ ਨਹੀਂ। ਜਿਹੋ ਜਿਹੇ ਦਾ ਤੁਸੀਂ ਸਿਮਰਨ ਕਰੋਗੇ ਉਹੋ ਜਿਹੇ ਗੁਣ ਤੁਹਾਡੇ ਅੰਦਰ ਪੈਦਾ ਹੋਣਗੇ। ਜੈਸੋ ਸੇਵੇ ਤੈਸੋ ਹੋਏ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਜਿਹੋ ਜਿਹੇ ਦਾ ਤੁਸੀਂ ਸਿਮਰਨ ਕਰੋਗੇ ਗੁਰਮੁਖ ਪਿਆਰਿਓ ਉਹੋ ਜਿਹੇ ਹੋ ਜਾਓਗੇ, ਉਹਦਾ ਰੂਪ ਬਣ ਜਾਓਗੇ। ਗੁਰੂ ਗੋਬਿੰਦ ਸਿੰਘ ਸਾਹਿਬ ਉਸ ਅਕਾਲ ਪੁਰਖ ਦੀ ਵਡਿਆਈ ਕਰਦਿਆਂ ਬੜੇ ਪਿਆਰੇ ਬਚਨ ਕਰਦੇ ਨੇ। ਕਹਿੰਦੇ ਨਾ ਉਹਦਾ ਕੋਈ ਰੰਗ ਹੈ, ਨਾ ਰੂਪ ਹੈ, ਨਾ ਆਕਾਰ ਹੈ, ਨਾ ਉਹਦੀ ਕੋਈ ਜਾਤ ਹੈ, ਨਾ ਉਹਦੀ ਕੋਈ ਪਾਤ ਹੈ, ਨਾ ਮਾਂ ਹੈ ਉਹਦੀ, ਨਾ ਕੋਈ ਪਿਓ ਹੈ। ਚੱਕਰ ਚਹਿਨ ਅਰ ਵਰਨ ਜਾਤ। ਦੇਖੋ ਸਾਡੇ ਹੱਥਾਂ ਦੇ ਵਿੱਚ ਚੱਕਰ ਨੇ ਨਾ ਗੁਰਮੁਖੋ, ਲਕੀਰਾਂ ਨੇ। ਕੀ ਉਹਦੇ ਵੀ ਕੋਈ ਲਕੀਰਾਂ ਨੇ ਕਿ ਇੱਥੋਂ ਦੀ ਲੰਘਿਆ ਹੋਵੇਗਾ? ਕੋਈ ਹੈ ਅਕਾਲ ਪੁਰਖ ਦੇ ਪੈਰਾਂ ਦੀਆਂ ਨਿਸ਼ਾਨੀਆਂ ਕਿ ਤੂੰ ਇੱਧਰ ਦੀ ਲੰਘਿਆ ਹੋਵੇਗਾ? ਤ੍ਰਿਭਵਨ, ਤਿੰਨਾਂ ਭਵਨਾਂ ਦੇ ਵਿੱਚ ਲੋਕੀ ਤੈਨੂੰ ਹੀ ਮੰਨਦੇ ਨੇ। ਇੱਥੋਂ ਤੱਕ ਕਿ ਜੰਗਲਾਂ ਦੇ ਪੱਤੇ, ਉਹਨਾਂ ਦੇ ਤੀਲੇ ਵੀ ਤੇਰੀਆਂ ਨਮਸਕਾਰਾਂ ਕਰ ਰਹੇ ਨੇ। ਤਵੈ ਸਰਬ ਨਾਮ ਕਥੇ ਕਵਨ। ਸਾਹਿਬ ਕਹਿੰਦੇ ਜਿੰਨੇ ਵੀ ਤੇਰੇ ਨਾਮ ਨੇ ਕੌਣ ਕਥਨ ਕਰ ਸਕਦਾ। ਕਰਮ ਨਾਮ ਵਰਨਤ ਸੁਮਤ। ਕੁਝ ਚੰਗੀ ਮੱਤ ਵਾਲਿਆਂ ਨੇ ਤੇਰੇ ਕੀਤੇ ਹੋਏ ਕਰਮਾਂ ਦੇ ਹਿਸਾਬ ਨਾਲ ਤੇਰੇ ਨਾਵਾਂ ਨੂੰ ਬਿਆਨ ਕੀਤਾ। ਗੁਰਮੁਖ ਪਿਆਰਿਓ ਅੱਜ ਜਾਪ ਸਾਹਿਬ ਦੀ ਬਾਣੀ ਵਿੱਚੋਂ ਕੁਛ ਸ਼ਬਦਾਂ ਦੀ ਵਿਚਾਰ ਮਨ ਕਰਦਾ ਸੀ ਕਿ ਸੰਗਤ ਨਾਲ ਸਾਂਝੇ ਕਰੀਏ। ਬੜੇ ਪਿਆਰੇ ਸ਼ਬਦਾਂ ਨਾਲ ਨਿਵਾਜਿਆ ਕਿ ਨਮਸਤਵੰਗ ਅਕਾਲੇ। ਸਾਹਿਬ ਪਿਤਾ ਕਹਿੰਦੇ ਹੇ ਵਾਹਿਗੁਰੂ ਤੂੰ ਕਾਲ ਤੋਂ ਰਹਿਤ ਹੈ।
ਤੇ ਜਿਹੜੇ ਜਿਹੜੇ ਲੋਕੀ ਉਹਦਾ ਸਿਮਰਨ ਕਰਨਗੇ ਉਹ ਵੀ ਕਾਲ ਦੇ ਚੱਕਰਾਂ 'ਚੋਂ ਬਾਹਰ ਆ ਜਾਣਗੇ। ਤੂੰ ਕਾਲ ਤੋਂ ਰਹਿਤ ਹੈ ਕਹਿੰਦੇ। ਹੁਣ ਦੇਖੋ ਗੁਰਮੁਖੋ, ਜਦੋਂ ਕੋਈ ਵੀ ਪ੍ਰਾਣੀ ਤੁਹਾਨੂੰ ਨਮਸਕਾਰਾਂ ਕਰਦਾ ਹੈ, ਤੁਹਾਨੂੰ ਫਤਿਹ ਬੁਲਾਉਂਦਾ ਹੈ, ਇੱਕ ਸਿੱਖ ਜਦੋਂ ਫਤਿਹ ਬੁਲਾਉਂਦਾ ਹੈ ਤਾਂ ਦੂਸਰਾ ਸਿੱਖ ਵੀ ਫਤਿਹ ਬੁਲਾਉਂਦਾ ਹੈ, ਆਵਾਜ਼ ਦਿੰਦਾ ਨਾ ਅੱਗੋਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਸਾਹਮਣੇ ਵਾਲਾ ਸਿੱਖ ਪ੍ਰਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਜੋ ਤੁਸੀਂ ਉਸ ਹਸਤੀ ਨੂੰ ਨਮਸਕਾਰਾਂ ਕਰੋਗੇ ਕਿ ਨਮਸਤਵੰਗ ਅਕਾਲੇ, ਮੇਰੀ ਨਮਸਕਾਰ ਉਸ ਹਸਤੀ ਨੂੰ ਹੈ ਜਿਹੜਾ ਕਾਲ ਤੋਂ ਰਹਿਤ ਹੈ। ਕੀ ਸੰਗਤ ਜੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਮਸਕਾਰਾਂ ਕਰ ਰਹੇ ਹੋ ਤੇ ਅੱਗੋਂ ਆਵਾਜ਼ ਨਾ ਆਊਗੀ? ਅੱਗੋਂ ਵੀ ਆਊਗੀ ਕਿ ਪੁੱਤ ਜੇ ਮੈਂ ਕਾਲ ਤੋਂ ਰਹਿਤ ਹਾਂ ਤਾਂ ਤੂੰ ਵੀ ਕਾਲ ਤੋਂ ਰਹਿਤ ਹੋ ਜਾਏਗਾ। ਮਗਰ ਸਾਡਾ ਵਿਸ਼ਵਾਸ ਬੜਾ ਕਮਜ਼ੋਰ ਹੈ। ਅਸੀਂ ਆਪਦੇ ਗੁਰੂ ਨੂੰ ਪਹਿਚਾਨਣ 'ਚ ਬੜੀ ਦੇਰ ਕੀਤੀ, ਬਹੁਤ ਪਿੱਛੇ ਹੁੰਦੇ ਜਾ ਰਹੇ ਹਾਂ। ਇਤਿਹਾਸ ਵੀ ਇਸੇ ਲਈ ਸਾਡਾ ਗੰਧਲਾ ਹੁੰਦਾ ਜਾ ਰਿਹਾ ਗੁਰਮੁਖ ਪਿਆਰਿਓ, ਕਿ ਸਾਡਾ ਵਿਸ਼ਵਾਸ ਕਮਜ਼ੋਰ ਹੋ ਗਿਆ। ਅਸੀਂ ਭੇਖੀ ਪੈਦਾ ਕਰ ਲਏ। ਇਹ ਭੇਖੀ ਆਪ ਨਹੀਂ ਪੈਦਾ ਹੋਏ, ਅਸੀਂ ਪੈਦਾ ਕੀਤੇ ਨੇ। ਜੇ ਤੁਸੀਂ ਅੱਜ ਮੰਤਰਾਂ ਦੇ ਮੰਤਰ ਨਾਲ, ਜੰਤਰਾਂ ਦੇ ਜੰਤਰ ਨਾਲ, ਇਸ਼ਟਾਂ ਦੇ ਇਸ਼ਟ ਨਾਲ, ਤੰਤਰਾਂ ਦੇ ਤੰਤਰ ਨਾਲ ਜੁੜੇ ਹੁੰਦੇ, ਕੀ ਅੱਜ ਭੇਖੀ ਪੈਦਾ ਹੁੰਦੇ ਸੰਗਤ ਜੀ? ਜੇ ਤੁਸੀਂ ਉਸ ਹਸਤੀ ਨਾਲ ਜੁੜੇ ਹੁੰਦੇ ਜਿਹਦਾ ਕੋਈ ਭੇਖ ਨਹੀਂ, ਉਹ ਨੀਲੀ ਪੱਗ ਵਾਲਾ ਨਹੀਂ, ਕਾਲੀ ਪੱਗ ਵਾਲਾ ਨਹੀਂ, ਚਿੱਟੀ ਪੱਗ ਵਾਲਾ ਨਹੀਂ, ਉਹਦਾ ਕੋਈ ਭੇਸ ਹੀ ਨਹੀਂ, ਨਮਸਤੰ ਅਪੇਸੇ, ਨਾ ਤੇਰਾ ਕੋਈ ਦੇਸ਼ ਆ ਤੇ ਨਾ ਤੇਰਾ ਕੋਈ ਭੇਸ ਆ। ਮਗਰ ਅਸੀਂ ਭੇਸ ਨਾਲ ਜੁੜ ਗਏ। ਫਲਾਣੇ ਬਾਬਾ ਜੀ ਇਸ ਤਰ੍ਹਾਂ ਦਾ ਬਾਣਾ ਪਾਉਂਦੇ ਨੇ, ਸਾਡੇ ਬਾਬਾ ਜੀ ਇਸ ਤਰ੍ਹਾਂ ਦੀ ਪੱਗ ਬੰਨ੍ਹਦੇ ਨੇ। ਉਹ ਤਾਂ ਕਿਸੇ ਭੇਸ ਤੇ ਭੇਜਦਾ ਹੀ ਨਹੀਂ ਗੁਰਮੁਖੋ, ਉਹ ਭੇਜਦਾ ਤੁਹਾਡੇ ਅੰਦਰਲੀ ਕਮਾਈ ਤੇ, ਜੀਵ ਦੀ ਅੰਦਰਲੀ ਕਮਾਈ ਤੇ ਭੇਜਦਾ। ਹਰੇਕ ਕੰਮ ਕਰਨ ਦੇ ਸਮਰੱਥ ਹੈ ਗੁਰਮੁਖ ਪਿਆਰਿਓ। ਇੱਕ ਬੜਾ ਪਿਆਰਾ ਬਚਨ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਉਸ ਅਕਾਲ ਪੁਰਖ ਦੀ ਕਿਰਪਾ ਨਾਲ। ਕਹਿੰਦੇ ਕਿ ਕਾਰਨ ਕੁਨਿੰਦ ਹੈ। ਆਖ ਨਹੀਂ ਦਿੰਦੇ ਸੰਗਤ ਜੀ ਕਈ ਵਾਰੀ ਲੋਕੀ ਕਿ ਯਾਰ ਕੰਮ ਨਹੀਂ ਸੀ ਸਿਰੇ ਚੜ੍ਹਦਾ, ਮਗਰ ਕੋਈ ਨਾ ਕੋਈ ਸਬੱਬ ਬਣ ਗਿਆ। ਜਦੋਂ ਤੂੰ ਕਿਸੇ ਨੂੰ ਤਾਰਨਾ ਹੋਵੇ ਨਾ ਮੇਰੇ ਸਤਿਗੁਰ ਨੇ, ਤਾਂ ਸੰਗਤੇ ਕੋਈ ਨਾ ਕੋਈ ਸਬੱਬ ਫਿਰ ਉਹ ਬਣਾ ਹੀ ਦਿੰਦਾ ਕਿ ਕਾਰਨ ਕੁਨਿੰਦ ਹੈ। ਧਰਤੀ ਪਤਾਲਾਂ ਦੇ ਵਿੱਚ, ਆਕਾਸ਼ ਦੇ ਵਿੱਚ, ਤਿੰਨੇ ਲੋਕਾਂ ਦੇ ਵਿੱਚ ਦੇਖ ਲਓ। ਇਹ ਨਾ ਸੋਚਿਆ ਕਰੋ ਗੁਰਮੁਖ ਹੋ ਕੇ ਕਿਸੇ ਨੇ ਪਾਪ ਕਰਤਾ ਕਿ ਉਹਨੂੰ ਪਤਾ ਨਹੀਂ ਲੱਗਿਆ। ਅਦੋ ਉਰਦ ਅਰਦੰਗ ਅਗੰਗ ਉਗ ਹਰਤਾ, ਇਹ ਤਿੰਨ ਨੇ ਸੰਗਤ ਜੀ। ਅਦੋ ਉਰਦ ਅਰਦੰਗ ਭਾਵ ਕਿ ਧਰਤੀ, ਪਤਾਲ ਤੇ ਆਕਾਸ਼, ਇਹਨਾਂ ਤਿੰਨਾਂ ਵਿੱਚ ਜਿੰਨੇ ਲੋਕੀ ਪਾਪ ਕਰਦੇ ਨੇ, ਅਗੰਗ ਉਗ ਹਰਤਾ ਮਤਲਬ ਪਾਪ, ਇਹ ਸਾਰੇ ਤਿੰਨੇ ਲੋਕਾਂ ਵਿੱਚ ਪਾਪ ਕਰਨ ਵਾਲਿਆਂ ਦਾ ਵੀ ਤੂੰ ਨਾਸ਼ ਕਰਨ ਵਾਲਾ ਹੈ। ਸਾਹਿਬ ਪਿਤਾ ਕਹਿੰਦੇ ਤੇਰੇ ਚਰਨਾਂ ਵਿੱਚ ਮੇਰੀ ਨਮਸਕਾਰ ਹੈ। ਹੁਸਨ ਦਾ ਚਿਰਾਗ ਹੈ ਤੂੰ, ਕਿ ਹੁਸਨਲ ਚਿਰਾਗ ਹੈ, ਹੁਸਨ ਦਾ ਦੀਵਾ ਹੈ ਤੂੰ। ਜਿਸਨੇ ਤੈਨੂੰ ਇੱਕ ਵਾਰ ਵੇਖਿਆ ਉਸਨੇ ਫਿਰ ਅੱਖਾਂ ਪੁੱਟੀਆਂ ਹੀ ਨਹੀਂ। ਕਈ ਸੋਹਣੇ ਬੜੇ ਹੁੰਦੇ ਨੇ ਸੰਗਤ ਜੀ, ਅਸੀਂ ਕਹਿੰਦੇ ਆ ਨਾ ਕਿ ਉਹਦੇ ਮੂੰਹ ਵੱਲ ਵੇਖਦੇ ਰਹੀਏ, ਮਗਰ ਜਿਨ੍ਹਾਂ ਨੇ ਗੁਰੂ ਨੂੰ ਵੇਖਿਆ ਉਹ ਕਹਿੰਦੇ ਵੇਖਦੇ ਰਹੀਏ ਅਸੀਂ। ਮਗਰ ਜਿਹੜੇ ਆਏ ਵਪਾਰ ਕਰਨ ਕਿ ਅਸੀਂ ਤੈਨੂੰ 10 ਦਿੰਦੇ ਹਾਂ, ਤੂੰ ਸਾਨੂੰ 1000 ਦੇਵੀਂ। ਕਈ ਵਪਾਰ ਕਰਨ ਆਉਂਦੇ ਨੇ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਮਸਤੰਗ ਹੋ ਕੇ ਕਈ ਮਿਲਣ ਆਉਂਦੇ ਨੇ। ਦੇਖੋ ਜਿਹੜੇ ਮਿਲਣ ਆਉਂਦੇ ਨੇ ਕਿੰਨਾ ਚਾਅ, ਕਿੰਨਾ ਮਨ ਤ੍ਰਿਪਤ ਹੋਊਗਾ ਉਹਨਾਂ ਲੋਕਾਂ ਦਾ, ਕਿੰਨਾ ਮਨ ਪਵਿੱਤਰ ਹੋਊਗਾ। ਜਿਹੜੇ ਇਸ ਚਾਅ ਨਾਲ ਆਉਂਦੇ ਨੇ, ਜਿਹੜੇ ਮਿਲਣ ਆਉਂਦੇ ਨੇ,
मगर कई ऐसे ने जिहड़े दे मंगे सहसा गुणा, शोभ करे संसार। जिहड़े इस तरह आउंदे ने वो वेखते नहीं गुरु ग्रंथ साहिब कन्नी, काम कीता ते गए। हुण तुसीं दुकानदार दे मूँह वाल नहीं ना वेखदे, दुकानदार नूं पैसे दिते ते उहदे कोलों सौदा लैके चले गए। तुसीं गुरु कोलों पुੱਤ मंगे ते पुੱਤ मंग के घर नूं चले गए। मगर संगत जी कदी देण वाले दा मूँह वेख्या जे? मगर गुरु गोबिंद सिंह साहब ने देखा ते फिर कहते ने कि तू हुसनल चिराग है। हे मेरे मालिक, जिन्ना जिन्हों ने तेरे मूँह वाल वेख्या फिर परे नूं मूँह कीता ही नहीं। बंद बंद कटे गए, आरिਆਂ नाल चीरे गए, खोपड़ी लथ गई, मगर परे वाल नूं मूँह कीता ही नहीं। उन्होंने कहा कि तू हुसनल चिराग है, दीवा है तू हुसन दा, ते तेरा जोर भी हर एक पासे है। एक छंद आउंदा गुरमुखो, तेरा जोर, चाचरी छंद। किथे किथे है तेरा जोर? किसे दा पटियाले च कल्ले दा होऊ, मगर लुधियाने कोई नहीं जानदा कि गुरप्रीत सिंह कौन है। उस तो अगे करनाल चले जाओ, कोई नहीं जानता गुरप्रीत सिंह कौन है। मगर साहब जी जले हैं। गुरु गोबिंद सिंह साहब अपनी रसना तो कहते जले हैं। जल दे विच भी तेरा जोर है। जे उत्थे मगरमच्छ रहिंदे ने ना, वो भी हिल रहे ने तां तेरी शक्ति नाल। 42 लाख जीव जिहड़े जल विच रहिंदे ने वो तेरी शक्ति नाल हिल रहे ने, तेरी शक्ति नाल खा रहे ने, तेरी शक्ति नाल पी रहे ने। क्योंकि जोगी अंदर जोगिया, तू भोगी अंदर भोगिया, सारे अंदर तेरा ही जोर आ। धरती दे विच भी तेरा ही जोर चल रहा है। एक बड़ा प्यारा वचन करते हैं गुरमुख प्यारिओ साहब, कहते बिलंदुल मकाने। बिलंदुल दा अर्थ है संगत जी कि वड्डा, मकाने मकान। हे वाहिगुरु जी, तेरा मकान जिहड़ा वो बड़ा वड्डा है। किसी के घर में देखो 4 परौने आ जान तो रसोई नूं साडी नूं वक्त पै जांदा कि रोटी कित्थों खाणगे, ये रहणगे कित्थे। धन गुरु रामदास, तेरे घर विच कित्थों तो बिहारी चल के आउंदे ने, तेरे घर विच तेलगू चल के आउंदे ने, तेरे घर विच मद्रासी चल के आउंदे ने, तेरे घर विच मुसलमान चल के आउंदे ने, तेरे घर विच गोरे चल के आउंदे ने। मगर कदी किसी ने कहा कि सोणगे कित्थे, रोटी कित्थों खाणगे। बड़े बड़े हंकारियां दे घरां विच सोचां पै जांदियां गुरमुख प्यारिओ कि हुण परौणे आ गए ने ते हुण बिस्तरे कित्थों लैके आईए। लोकी चाअ नाल वेखो तेरी परिक्रमा विच बिस्तरिਆਂ ਤੋਂ बिना ही सौ जांदे ने कि अज बापू तेरे घर विच सुत्ते हाँ, बड़े वड्डे भाग ने साडे, वड्डे घर वाला है तू। बिलंदुल मकाने, वड्डे घर वाला है, तेरे चरणों विच मेरी नमस्कार है। नमस्तंग निरकामे, बड़ा प्यारा संगत शब्द है संगत जी, समझण की कोशिश करियो। गुरु ग्रंथ साहिब जी तुसी कामना तो रह तो। नमस्तंग निरकामे, हर बंदे को जो तुसी जांदे हो, भावें टुटियां चप्पलां ही तुसी लिफाफे च पा के लिआओ, मगर मेरे अंदर एक कामना हुंदी है कि ये मेरे लिए सेब लैके आया। तुसी अपने जेब विच खुरकन लगदे हो संगत जी।
ਤੇ ਮੈਂ ਸੋਚਿਆ कि मैनू पैसे देन लगा। कामना हैगी ना मेरे अंदर कोई ना कोई, मगर हे मेरे मालक तू कामना तो रहत है। ਜਦੋਂ ਸੰਗਤ ਜੀ ਤੁਸੀਂ ਆਉਂਦੇ ਹੋ ਨਾ ਗੁਰੂ ਕੋਲ, ਤਾਂ ਗੁਰੂ ਸਾਹਿਬ ਨੂੰ ਇਹ ਨਹੀਂ ਕਿ ਇਹਨੇ ਮੈਨੂੰ ਅੱਜ 5 ਰੁਪਏ ਦਾ ਨੋਟ ਪਾਉਣਾ, ਜਾਂ ਇਹਨੇ ਅੱਜ ਮੈਨੂੰ 10 ਰੁਪਏ ਦਾ ਨੋਟ ਪਾਉਣਾ, ਜਾਂ ਇਹਨੇ ਅੱਜ ਮੈਨੂੰ 50 ਰੁਪਏ ਦਾ ਨੋਟ ਪਾਉਣਾ। ਮਗਰ ਜਿਹੜੇ ਬਾਬੇ ਕੋਲ ਤੁਸੀਂ ਜਾਓਗੇ, ਚਾਹੇ ਕੋਈ ਪ੍ਰਚਾਰਕ ਆ, ਚਾਹੇ ਕੋਈ ਕੀਰਤਨ ਕਰਨ ਵਾਲਾ ਹੈ, ਨਾਲੇ ਕੀਰਤਨ ਵੀ ਕਰ ਰਹੇ ਹੋਣਗੇ ਤੇ ਨਾਲੇ ਇਹ ਕਾਮਨਾ ਵੀ ਹੁੰਦੀ ਹੈ ਕਿ ਮੈਨੂੰ ਰੁਪਈਏ ਕਿੰਨੇ ਆ ਰਹੇ ਨੇ। ਮਗਰ ਹੇ ਗੁਰੂ ਗ੍ਰੰਥ ਸਾਹਿਬ ਜੀ, ਤੈਨੂੰ ਕੋਈ ਕਾਮਨਾ ਹੀ ਨਹੀਂ। ਨਾਰ ਮਾਲਾ ਕੋਈ ਚੜਾਵੇ ਤੂੰ ਤਾਂ ਵੀ ਖੁਸ਼ੀ ਦਿੰਦਾ ਹੈ, ਜੇ ਰੁਮਾਲਾ ਚੜਾਵੇ ਤਾਂ ਤੂੰ ਤਾਂ ਵੀ ਖੁਸ਼ੀ ਦਿੰਦਾ ਹੈ। ਜੇ 5 ਰੁਪਏ ਪਾਵੇ, ਚਾਹੇ 10 ਰੁਪਏ ਪਾਵੇ, ਤੂੰ ਤਾਂ ਵੀ ਖੁਸ਼ੀ ਦਿੰਦਾ ਹੈ। ਜੇ ਕੋਈ ਨਹੀਂ ਵੀ ਪਾਉਂਦਾ ਤੂੰ ਫਿਰ ਵੀ ਉਹਨੂੰ ਅਸੀਸ ਦਿੰਦਾ ਹੈ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਰਸ ਪੀ ਪੀ ਕੇ ਪੜ੍ਹਿਆ ਕਰੋ ਬਾਣੀ ਨੂੰ ਸੰਗਤ ਜੀ, ਤੇ ਸੱਚ ਜਾਣਿਓ ਇੱਕ ਦਿਨ ਤੁਸੀਂ ਵੀ ਕਾਮਨਾ ਤੋਂ ਰਹਿਤ ਹੋ ਜਾਓਗੇ। ਅਸੀਂ ਪਾਠ ਕਰੀਏ ਤਾਂ ਕਾਮਨਾ ਲਈ, ਅਸੀਂ ਤੀਰਥ ਯਾਤਰਾ ਕਰੀਏ ਤਾਂ ਕਾਮਨਾ ਲਈ, ਗੁਰਦੁਆਰੇ ਆਈਏ ਤਾਂ ਕਾਮਨਾ ਲਈ। ਮਗਰ ਸੰਗਤ ਜੀ ਦੇਖਿਓ ਫਿਰ ਰੱਬ ਕਿਵੇਂ ਤੁਹਾਨੂੰ ਗੱਲ ਵਕੜੀ ਲੈਣ ਆਉਂਦਾ ਜਿਸ ਦਿਨ ਤੁਸੀਂ ਕਾਮਨਾ ਨਹੀਂ ਲੈ ਕੇ ਗਏ। ਗੱਲ ਨਾਲ ਲਾਉਣਾ ਤੁਹਾਨੂੰ ਮੇਰੇ ਸਤਿਗੁਰ ਪਾਤਸ਼ਾਹ ਨੇ, ਜਿਸ ਦਿਨ ਤੁਸੀਂ ਕੋਈ ਕਾਮਨਾ ਨਾ ਲੈ ਕੇ ਗਏ, ਗੁਰੂ ਨੂੰ ਮਿਲਣ ਗਏ ਜਿਸ ਦਿਨ, ਤੁਹਾਨੂੰ ਕਿਰਪਾ ਕਰੇ ਸਤਿਗੁਰੂ ਪਾਤਸ਼ਾਹ ਕਿ ਅਸੀਂ ਸਾਰੇ ਪੁਰਾਣੀ ਕਾਮਨਾ ਤੋਂ ਰਹਿਤ ਹੋਈਏ। ਕਰਮਾਂ ਨਾਲ ਵੀ ਤੈਨੂੰ ਕੋਈ ਪਾ ਨਹੀਂ ਸਕਿਆ, ਇਹੋ ਜਿਹੇ ਸਤਿਗੁਰ ਦੀ ਸੇਵਾ ਕਰੋ ਗੁਰਮੁਖ ਪਿਆਰਿਓ। ਜਿਸ ਅੰਦਰ ਕੋਈ ਕਾਮਨਾ ਨਹੀਂ, ਜਿਹੜਾ ਕਰਮਾਂ ਤੋਂ ਰਹਿਤ ਹੈ, ਜਿਸ ਦਾ ਕੋਈ ਧਰਮ ਨਹੀਂ, ਜਿਸ ਦਾ ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ, ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਕੋਈ ਜਾਤ ਨਹੀਂ। ਅੱਜ ਦੇਖੋ ਸਾਰਿਆਂ ਦੀਆਂ ਜਾਤਾਂ ਨੇ, ਕੋਈ ਸੰਧੂ ਸਾਹਿਬ ਹੈ, ਕੋਈ ਚੌਹਾਨ ਸਾਹਿਬ ਹੈ, ਕੋਈ ਮਿੱਤਲ ਸਾਹਿਬ ਨੇ, ਕੋਈ ਸੇਠੀ ਸਾਹਿਬ ਨੇ। ਮਗਰ ਗੁਰੂ ਗ੍ਰੰਥ ਸਾਹਿਬ ਸ਼ਬਦ ਇੱਕ ਐਸੀ ਹਸਤੀ ਆ, ਨਾ ਉਹ ਸੰਧੂ ਨੇ, ਨਾ ਚੌਹਾਨ ਨੇ, ਨਾ ਮੱਕੜ ਨੇ, ਨਾ ਦੰਦੀਵਾਲ ਨੇ, ਨਾ ਸੇਠੀ ਨੇ। ਐਸੇ ਸਤਿਗੁਰਾਂ ਦੇ ਲੜ ਲੱਗੀ ਹੈ ਗੁਰਮੁਖ ਪਿਆਰਿਓ, ਜਿਹੜਾ ਕਾਇਆਂ ਤੋਂ ਰਹਿਤ ਹੈ, ਜਾਤਾਂ ਪਾਤਾਂ ਤੋਂ ਰਹਿਤ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸੰਗਤ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਮੈਂ ਵੀ ਪਾਪੀ ਹਾਂ, ਮੇਰੀਆਂ ਵੀ ਵਾਸ਼ਨਾਵਾਂ ਮਾੜੀਆਂ ਨੇ, ਮੇਰੀ ਵੀ ਸੋਚ ਮਾੜੀ ਹੈ, ਮਗਰ ਹਮਰਾ ਗੁਣ ਔਗਣ ਨਾ ਵਿਚਾਰਿਆ। ਇਸ ਗੰਦ ਭਰੇ ਭਾਂਡੇ ਵਿੱਚ ਬੈਠ ਕੇ ਗੁਰੂ ਸਾਹਿਬ ਨੇ ਜੋ ਸੇਵਾ ਲਈ, ਮੈਂ ਕੌਣ ਹੁੰਨਾ ਗੁਰਮੁਖ ਪਿਆਰਿਓ ਵਿੱਚ ਵਿਚਾਰ ਕਰਨ ਵਾਲਾ। ਮੇਰੇ ਗੰਦ ਭਰੇ ਭਾਂਡੇ ਵਿੱਚ ਬੈਠ ਕੇ ਇਹ ਸੇਵਾ ਸਤਿਗੁਰਾਂ ਨੇ ਆਪ ਲਈ। ਹਰ ਇੱਕ ਜੀਵ ਦੇ ਅੰਦਰ ਉਹ ਆਪ ਹੀ ਬੋਲ ਰਿਹਾ, ਆਪ ਹੀ ਸੁਣ ਰਿਹਾ, ਆਪ ਹੀ ਉਹ ਵੇਖ ਰਿਹਾ। ਆ ਜਾਨ ਬਾਹੋ ਅਨੇਕਾਂ ਬਾਹਾਂ ਵਾਲਾ ਤੂੰ, ਤੁਹਾਡੇ ਮੇਰੇ ਸਾਰੀ ਕਾਇਨਾਤ ਦੇ ਜੋ ਬਾਹਾਂ ਲੱਗੀਆਂ ਨੇ ਇਹ ਉਸ ਕਾਲ ਪੁਰਖ ਦੀਆਂ ਹੀ ਨੇ। ਇੱਕ ਬਾਂਹ ਰਾਹੀਂ ਉਹ ਰਾਸ਼ਨ ਦੇ ਰਿਹਾ ਔਰ ਦੂਸਰੀ ਬਾਂਹ ਰਾਹੀਂ ਉਹ ਰਾਸ਼ਨ ਫੜ ਰਿਹਾ।
आप ही खा रहा है, आप ही दे रहा है, हर एक पासे वो आप ही वरत रहा है। ਜਦੋਂ ਤੁਸੀਂ ਆਪਦੀ ਮੈਂ ਛੱਡ ਕੇ ਆਪ 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 ਕਰੋਗੇ ਨਾ ਗੁਰਮੁਖ ਪਿਆਰਿਓ, ਤਾਂ ਇੱਕ ਦਿਨ ਆਪ ਨੇ ਤੁਹਾਡੇ ਸਾਹਮਣੇ ਆ ਕੇ ਖਲੋ ਹੀ ਜਾਣਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਗਾਇ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।